ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਸਰਵਰੇ ਕਾਇਨਾਤ ਵਾਲੀਏ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਅਵਤਾਰ, ਧਾਰਮਿਕ ਗ੍ਰੰਥਾਂ ਦੇ ਸੁਆਮੀ, ਕਲਯੁਗ ਕੇ ਬੋਝ ਕਲਯੁਗ ਦੇ ਅਵਤਾਰ, ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਬਲਵਿੰਦਰ ਸਿੰਘ ਜੀ, ਸਪੁੱਤਰ ਸਰਦਾਰ ਬੰਤਾ ਸਿੰਘ ਜੀ, ਪਰਿਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ, ਰੱਬੀ ਬਾਣੀ ਦਾ ਜਾਪ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਕਰਾਨੇ ਵਜੋਂ ਕਰਵਾਇਆ। ਸੋ ਅੰਮ੍ਰਿਤ ਵੇਲੇ ਦੇ ਦਰਬਾਰ ਵਿੱਚ ਤੁਰਕੀ ਬਾਣੀ ਦੇ ਜਾਪ ਹੋਏ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ, ਉਹਨਾਂ ਨੇ ਵੀ ਆ ਕੇ ਹਾਜ਼ਰੀਆਂ ਭਰੀਆਂ। ਜੋ ਪਰਿਵਾਰ ਨਾਲ ਉਹਨਾਂ ਦਾ ਦਿਲੀ ਪਿਆਰ ਹੈ, ਸਨੇਹ ਹੈ। ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਹੁੰਦਾ, ਭਾਵੇਂ ਆਪਣੀ ਡਿਊਟੀ ਵੀ ਹੋਵੇ ਤਾਂ ਵੀ ਅੱਗੇ ਪਿੱਛੇ ਕਰਨੀ ਪੈਂਦੀ। ਪ੍ਰੇਮ ਐਵੇਂ ਦਾ ਹੁੰਦਾ। ਗੁਰੂ ਕੀਆਂ ਲਾਡਲੀਆਂ ਨੇ, 10ਵੇਂ ਪਾਤਸ਼ਾਹ ਨੇ ਨਿਹੰਗ ਸਿੰਘ ਫੌਜਾਂ ਨੂੰ ਜਿਵੇਂ ਮਾਂ ਦਾ ਛੋਟਾ ਪੁੱਤਰ ਲਾਡਲਾ ਹੁੰਦਾ ਹੈ, ਲਾਡਲੀਆਂ ਫੌਜਾਂ ਕਿਹਾ ਸੱਚੇ ਪਾਤਸ਼ਾਹ। ਰਹੋ ਵਿਚਾਰ। ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਬੇਨਤੀਆਂ ਮਹਾਰਾਜ ਕਬੂਲ ਕਰਨ। ਨਾਮ ਸਿਮਰਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਰਦਾਰ ਬਲਵਿੰਦਰ ਸਿੰਘ ਜੀ ਦੇ ਪਰਿਵਾਰ ਤੇ ਬੱਚਿਆਂ ਤੇ ਦੇਸ਼ ਵਿਦੇਸ਼ ਵਿੱਚ ਮਿਹਰ ਭਰਿਆ ਹੱਥ ਰੱਖਣ। ਕਾਮਯਾਬੀ ਸਫਲਤਾ ਬਖਸ਼ਿਸ਼ ਕਰਨ, ਖੁਸ਼ੀਆਂ ਬਖਸ਼ਿਸ਼ ਕਰਨ, ਦਰੋਂ ਘਰੋਂ ਮਿੱਠੀਆਂ ਦਾਤਾਂ ਬਖਸ਼ਿਸ਼ ਕਰਨ ਮਹਾਰਾਜ। ਸੋ ਸਾਧ ਸੰਗਤ ਜੀ, ਅੱਜ ਆਪਾਂ ਅਰਦਾਸ ਤੇ ਵਿਚਾਰ ਕਰਾਂਗੇ, ਕਿਉਂਕਿ ਆਪਾਂ ਮੰਗਲਾਚਰਨ ਵੀ ਅਰਦਾਸ ਦਾ ਪੜ੍ਹਿਆ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਅਰਦਾਸ ਦੇ ਕੀ ਅਰਥ ਨੇ, ਅਰਦਾਸ ਦੀ ਕੀ ਅਹਿਮੀਅਤ ਹੈ, ਅਰਦਾਸ ਦਾ ਕੀ ਰੋਲ ਹੈ ਸਿੱਖ ਧਰਮ ਦੇ ਵਿੱਚ, ਜਦ ਤੱਕ ਅਸੀਂ ਸੁਣਦੇ ਨਹੀਂ ਪਤਾ ਨਹੀਂ ਲੱਗਦਾ ਸਾਨੂੰ। ਸਾਧ ਸੰਗਤ ਜੀ, ਅਰਦਾਸ ਆਪਾਂ ਇੱਕ ਸਕਿੰਟ ਤੇ ਕਹਿੰਦੇ ਨੇ ਅਰਦਾਸ,
ਪਰ ਅਰਦਾਸ ਦੇ ਵਿੱਚ ਇੰਨੇ ਮਹਿੰਗੇ ਅਰਥ ਨੇ ਨਾ ਇਹ 4 ਅੱਖਰਾਂ ਵਿੱਚ। ਅੱਜ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਵੀ ਅਰਦਾਸ ਦੇ ਵਿੱਚ ਇੰਨਾ ਜ਼ਿਆਦਾ ਮਹਾਤਮ ਹੈ। ਅਰਦਾਸ ਇੱਕ ਸਿੱਖ ਧਰਮ ਦਾ ਨਕਸ਼ਾ ਵੀ ਹੈ। 10 ਗੁਰੂਆਂ ਦਾ ਪਤਾ ਕਿੱਥੋਂ ਲੱਗਿਆ? ਅਰਦਾਸ। 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਹੈ ਨਾ ਸਿੱਖ ਧਰਮ ਦਾ ਨਕਸ਼ਾ ਵੀ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ। ਬਚਪਨ ਵਿੱਚ ਸਾਨੂੰ ਨਿਹੰਗ ਸਿੰਘਾਂ ਦੀ ਸੰਗਤ ਮਿਲੀ ਹੈ। ਉਹ ਅਰਦਾਸ ਕਰਦੇ ਹੁੰਦੇ ਸੀ ਜਿਨ੍ਹਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਮੀਰ ਮੰਨੂ ਦੀਆਂ ਜੇਲਾਂ ਕੱਟੀਆਂ, ਸਵਾ ਸਵਾ ਮਣ ਦੇ ਪੀਸੇ, ਖੰਨੀ ਰੋਟੀ, ਚੌਥਾ ਹਿੱਸਾ ਰੋਟੀ ਦਾ ਖਾ ਕੇ ਪੀਸੇ ਸਵਾ ਮਣ। ਅੱਜ ਦੀ ਮਾਈ 10 ਕਿਲੋ ਨਹੀਂ ਪੀ ਸਕਦੀ, ਸਵਾ ਮਣ ਦੀ ਗੱਲ ਹੈ। ਫਿਰ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਹਾਰ ਬਣਾ ਕੇ ਗਲਾਂ 'ਚ ਪਵਾਏ। ਅਸੀਂ ਅਰਦਾਸ ਸੁਣਦੇ ਹੁੰਦੇ ਸੀ ਗੁਰੂ ਕੀਆਂ ਫੌਜਾਂ ਕੋਲ। ਅਰਦਾਸ ਨਕਸ਼ਾ ਵੀ ਹੈ। 5 ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਪਤਾ ਲੱਗਦਾ। ਅਰਦਾਸ ਇੱਕ ਪ੍ਰਮਾਤਮਾ ਕੋਲ ਆਪਣੀ ਪੁਕਾਰ ਪਹੁੰਚਾਉਣ ਵਾਸਤੇ ਇੱਕ ਸਾਧਨ ਵੀ ਹੈ, ਹੀਲਾ ਵੀ ਹੈ, ਵਸੀਲਾ, ਕਿ ਆਪਾਂ ਰੱਬ ਕੋਲ ਆਪਣੀ ਬੇਨਤੀ ਪਹੁੰਚਾ ਸਕਦੇ ਹਾਂ। ਅਰਦਾਸ ਕਰਕੇ ਬੜਾ ਸਕੂਨ ਮਿਲਦਾ ਹੈ, ਬੜਾ ਸੁੱਖ ਮਿਲਦਾ ਹੈ। ਅਰਦਾਸ ਕਰਕੇ ਐਂ ਲੱਗਦਾ ਜਿਵੇਂ ਮਨ ਤੋਂ ਸਾਰਾ ਭਾਰ ਜਾ ਲੈ ਗਿਆ। ਅਰਦਾਸ ਦੇ ਬੜੇ ਅਰਥ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅਰਦਾਸ ਸ਼ਬਦ 99 ਵਾਰੀ ਆਇਆ, 1 ਘੱਟ 100 ਵਾਰੀ ਅਰਦਾਸ। ਆਪਾਂ ਮੇਨ ਵਿਚਾਰ ਅਰਦਾਸ ਤੇ ਲੈ ਕੇ ਚੱਲੀਏ। ਅਰਦਾਸ ਨੂੰ 4 ਅੱਖਰ ਲੱਗਦੇ ਨੇ, ਐੜਾ, ਰਾਰਾ, ਦੱਦਾ ਤੇ ਸੱਸਾ। ਐੜਾ ਵਾਚਕ ਹੈ ਅੰਤਰਯਾਮਤਾ ਦਾ। ਸੁਣੋ ਸੁਆਮੀ ਅਰਦਾਸ ਜਨ, ਤੁਮ ਅੰਤਰਜਾਮੀ, ਥਾਨ ਥਨੰਤਰ ਰਵ ਰਹੇ ਨਾਨਕੇ ਸੁਆਮੀ। ਐੜਾ ਵਾਚਕ ਹੈ ਅੰਤਰਜਾਮਤਾ ਦਾ। ਜਿਹੜੇ ਗੁਰੂ ਅੱਗੇ ਅਰਦਾਸ ਕਰਦਾ ਹੈ ਉਹ ਗੁਰੂ ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲੇ ਹੀ ਜਾਣਦਾ। ਜਦੋਂ ਘਰੋਂ ਚੱਲਿਆ ਸੀ ਮਨਸ਼ਾ ਲੈ ਕੇ, ਉਦੋਂ ਹੀ ਜਾਣਦਾ ਗੁਰੂ। ਇਹਨੂੰ ਕਹਿੰਦੇ ਨੇ ਅੰਤਰਜਾਮੀ। ਅੰਤਰਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਏ। ਅੰਤਰਜਾਮਤਾ ਦਾ ਵਾਚਕ ਹੈ ਅਰਦਾਸ ਦਾ ਪਹਿਲਾ ਅੱਖਰ ਐੜਾ। ਅਰਦਾਸ ਦਾ ਦੂਜਾ ਅੱਖਰ ਹੈ ਰਾਰਾ। ਇਹ ਪ੍ਰਤੀਕ ਹੈ ਰਾਖੀ ਦਾ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਹ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤੇ ਆਈ। ਰਾਰਾ ਜਿਹੜਾ ਅੱਖਰ ਹੈ ਪ੍ਰਤੀਕ ਹੈ ਰਾਖੀ ਦਾ। ਜਿਹੜੇ ਗੁਰੂ ਅੱਗੇ ਅਰਦਾਸ ਕੀਤੀ ਹੈ ਦਿਲੋਂ ਤਾਂ ਜਾਣਦਾ ਹੈ ਦਿਲ ਦੀ, ਉਹ ਰਾਖੀ ਵੀ ਕਰਦਾ ਹੈ। ਤੀਸਰਾ ਅੱਖਰ ਹੈ ਅਰਦਾਸ ਨੂੰ ਲੱਗਦਾ ਦੱਦਾ। ਦੱਦਾ ਬੋਧਕ ਹੈ ਦਾਤੇ ਦਾ। ਜਿਹੜਾ ਇਹ ਗੁਰੂ ਅੱਗੇ ਅਰਦਾਸ ਕਰ ਰਿਹਾ ਨਾ, ਇਹ ਗੁਰੂ ਇੰਨਾ ਵੱਡਾ ਹੈ ਕੋਈ ਨਹੀਂ ਦਾਤਾਂ ਦਾ ਪਤਾ ਹੀ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ। ਅਗਣਤ ਭਰੇ ਭੰਡਾਰ, ਅਗਣਤ ਹੀ ਭੰਡਾਰ ਭਰੇ ਪਏ ਨੇ। ਕਦੋਂ ਤੋਂ ਦੇ ਰਿਹਾ ਫਿਰ ਇਹ? ਦੇਂਦਾ ਦੇ, ਲੈਂਦੇ ਥਕ ਪਾਏ, ਜੁਗਾ ਜਗੰਤਰ ਖਾਈ ਖਾਈ। ਜੁਗਾਂ ਤੋਂ, 7 ਯੁਗ ਤੋਂ ਦੇ ਰਿਹਾ।
एडा वड्डा दाता है। देण वाला थकिया नहीं, जोग हो गए ने देंदे, लैण वाले थक गए ने लैंदे थक पाए। अरदास दा तीसरा अखर है दद्दा। दद्दा बोध कह दाते दा, इन्ना वड्डा दाता है कोई पारावार नहीं है। अरदास दा चौथा अखर है ससा। ससा जिहड़ा वाचक है सहारे दा। गुरु तो बिना सहारा सिख नूं काहदा। दो जहानी सहारा गुरु महाराज, गुरु ग्रंथ साहिब महाराज, जिन्हां दी इत्थे भी पहुंच अगे भी। जाका कहया दरगह चलै, सो किसको नदर लै आवे तलै। जाका सब किछ ताका होए, नानक ताको सदा सर्ब सुख होए। ससा जिहड़ा वाचक है सहारे दा। हुण देखो अरदास नूं चार अखर लगदे ने। ऐड़ा अंतरजामती दा वाचक है, दद्दा प्रतीक है, रारा प्रतीक है राखी दा, दद्दा दाते दा, ससा सहारे दा। ये चार अखर केवल आपां सकिंट जे कह दिंदे अरदास। हुण अरदास दी किन्नी वड्डी अहमियत है। अरदास दे एक एक अखर विच किन्ना ज्ञान भरिया होया है। ये केवल कह नहीं दिता भी कहण मात्र ही है। सारियां चीज़ां कहण मात्र नहीं हुंदियां। ठीक है, कच्चे पिल्ले गुरु बोलते ने पर उन्हां कोलों कमाई नहीं हुंदी। हरेक दी आड़ियां चीज़ां ने बराबर नहीं, फर्क। सारे कहते प्रचारक एवें हुंदे ने जी, बस बोलना हुंदा। यही गल नहीं हुंदी। कहनी कथनी वाले भी हुंदे ने, ते जिहड़े ज्ञानवान हुंदे ने वो बोल तो ही हिसाब ला लेंदे ने भी हाँ बंदगी कमाई जां है जां नहीं। अरदास दा मतलब केवल कहण मात्र ही नहीं भी ऐड़ा अंतरजामी, रारा राखी, दद्दा दाता दिंदा, ससा सहारा। अरदास एक गुरु ने गल्लां करके भी विखाईयां ने। तुहाडी कौम दे महान होए ने बाबा मक्खण शाह लुबाणा जी, जिन्हां दे नां ते गुरुद्वारे देखो किन्ने बने ने। पिछे असी अमृतसर गए यात्रा करन, पहलां बाबे बकाले गए। जदों बाबे बकाले एंटर होईदा, पहला नाम लिखा बाबा मक्खण शाह लुबाणा, ये भी नाम लिखे लुबाणा निवास स्थान। हाँ जी, फॉरन विच इन्हां दे स्थान बने ने। दुनिया भर विच करनी कमाई इन्नी बाबा मक्खण शाह लुबाणी, जिहड़ा 1340 तो इतिहास है इन्हां दा। आ पिछे बाबा मक्खण शाह लुबाणा गुरुद्वारा फौजी प्लाट पैंदा शायद, वो कहते असी सुनना ही है डिटेल च। मतलब काफ़ी समा रखिया उन्होंने। बाबा लखी शाह वणजारा ते उन्हां ते विचार फोकस रखी असी। वो गल्लां दस के आए शायद जिहड़ी किसी ने सुनिया नहीं होनियां बाबा मक्खण शाह लुबाणा। पर अज अपना इन्ना टाइम नहीं गा। अज आप अरदास ते फोकस रखनी है बाबा मक्खण शाह लुबाणा, सिर्फ अरदास। क्योंकि अरदास दे जिंदे अर्थ कीते ने, इहदे चारे अखर बाबा मक्खण शाह लुबाणे दी अरदास ते टुकदे। चारां दे मीनिंग अर्थ वरते जांदे ने। ऐड़ा वाचक है अंतरयामता दा, रारा प्रतीक है राखी दा, दद्दा जिहड़ा बोधक है दाते दा, ससा जिहड़ा वाचक है सहारे दा। वेखियो हुण ये सारे ही पूरे होणगे। बड़ा वड्डा कारोबार 500 जहाज चलदा है। श्री गुरप्रताप सूरज ग्रंथ च लिखिया 500 रखियक रहिंदे ने। इन्नी गुरु महाराज की कृपा वरदी है। इस करके साध संगत जी वड्डियां ते बड़ी कृपा सी इन्हां दे ते। बाबा दासा जी इन्हां दे
ਸਾਧ ਸੰਗਤ ਜੀ, ਜਿਹੜੇ ਪਿਤਾ ਜੀ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਬੜੀ ਕਿਰਪਾ ਅੰਤਮ ਕਿਰਿਆ ਕਰਮ ਆਪ ਕਰਨ ਆਏ ਸੀ ਮਹਾਰਾਜ। ਵੇਖੋ ਇੰਨੀ ਦਿਆਲਤਾ ਸੀ ਮਹਾਰਾਜ ਨੂੰ। ਉਹ ਗੱਲ ਆਪਾਂ ਪਹਿਲਾਂ ਕੀਤੀ ਵੀ ਸਮਾਂ ਸੰਕੋਚਵਾਂ ਜਾਂ ਵਿਸਥਾਰ ਨਹੀਂ ਦੇਣੀ। ਜੇ ਵਿਸਥਾਰ 'ਚ ਤੁਰ ਗਏ ਫਿਰ 1340 ਵਾਲਾ ਇਤਿਹਾਸ ਸੁਣਾਉਣਾ ਪੈਣਾ। ਵਿਸਤਾਰਪੂਰਵਕ ਬੜੀ ਲੰਮੀ ਵਿਚਾਰ ਹੈ। ਬਾਬਾ ਮੱਖਣ ਸ਼ਾਹ ਲਬਾਣੀ ਜਿਵੇਂ ਜਹਾਜ਼ ਚੱਲਦੇ ਨੇ, ਸਾਲ 6-6 ਮਹੀਨੇ ਇੱਕੋ ਹੀ ਗੇੜਾ ਲੱਗਦਾ। ਅਫਗਾਨਿਸਤਾਨ ਜਾ ਰਿਹਾ ਜੀ, ਸਮਾਨ ਲੈਂਦੇ ਜਾ ਰਹੇ, ਦਿੰਦੇ ਜਾ ਰਹੇ, ਬੜਾ ਵੱਡਾ ਕਾਰੋਬਾਰ। 6 ਮਹੀਨੇ ਮਨ ਇੱਕ ਗੇੜੇ 'ਚ ਲੱਗ ਗਏ, 6 ਮਹੀਨੇ ਆਉਂਦਿਆਂ ਲੱਗ ਗਏ। ਸਮੁੰਦਰੀ ਵੱਡੇ ਜਹਾਜ਼। ਇੱਥੇ ਦੋ ਇਤਿਹਾਸਕਾਰਾਂ ਨੇ ਇੱਥੇ ਵਿਚਾਰਾਂ ਰੱਖੀਆਂ ਨੇ, ਪਰ ਜਿਹੜੇ ਕੌਮ ਦੇ ਨੇ ਲਿਖਿਆ ਉਹਨਾਂ ਨੇ ਰੇਤਲਾ ਟਿੱਬਾ ਹੀ ਲਿਖਿਆ। ਵੈਸੇ ਕਹਿੰਦੇ ਜਹਾਜ਼ ਜਿਹੜਾ ਰੇਤਲੇ ਟਿੱਬੇ 'ਚ ਫਸ ਗਿਆ। ਤੇ ਭਾਈ ਇਕਬਾਲ ਸਿੰਘ ਇਤਿਹਾਸਕਾਰ ਇੱਕ ਹੋਏ ਨੇ ਲਿਖਤ, ਉਹਨਾਂ ਨੇ ਹੋਰ ਲਿਖਿਆ। ਕਹਿਣ ਤੋਂ ਭਾਵ ਸਾਰਿਆਂ ਦੀ ਵਿਚਾਰ ਇਹ ਹੈ ਕਿ ਜਹਾਜ਼ ਡੁੱਬਣ ਲੱਗਾ। ਜਹਾਜ਼ ਨਾ ਅਗਾਂਹ ਹੁੰਦਾ ਨਾ ਪਿਛਾਂ ਹੁੰਦਾ, ਸਗੋਂ ਦਾ ਜਹਾਜ਼ ਥੱਲੇ ਨੂੰ ਜਾਂਦਾ, ਧੱਸਦਾ ਜਾਂਦਾ। ਹਜੂਰੀਆ ਸ਼ੁਰੂ ਤੋਂ ਰੱਖਦੇ ਹੁੰਦੇ ਸੀ। ਇਹ ਹਜੂਰੀਆ ਨਿਸ਼ਾਨੀ ਹੈ ਗੁਰੂ ਕੇ ਬਣਿਆਂ ਦੀ, ਵੀ ਕਿਸੇ ਦਾ ਬਣਿਆ ਹੈ ਤੂੰ। ਬਾਬਾ ਮੱਖਣ ਸ਼ਾਹ ਲਬਾਣਾ ਹਜੂਰੀਆ ਹਮੇਸ਼ਾ ਰੱਖਦਾ ਹੁੰਦਾ ਸੀ, ਬਣਿਆ। ਹਜੂਰੀਏ ਦੇ ਹੋਰ ਵੀ ਬੜੇ ਅਰਥ ਨੇ। ਹਜੂਰੀਆ ਉਹ ਕਹਿੰਦਾ ਹਜੂਰੀਆ ਸਿੰਘ, ਗੁਰੂ ਤੇ ਨੇੜੇ ਰਹਿਣ ਵਾਲਾ, ਕਿਰਪਾ ਪ੍ਰਾਪਤ ਕਰਨ ਵਾਲਾ। ਹਜੂਰੀਏ ਦੇ ਬੜੇ ਅਰਥ ਨੇ। ਗੁਰੂ ਨੂੰ ਮੱਥਾ ਟੇਕਣਾ ਹਜੂਰੀਏ ਥੱਲਾ ਰੱਖ ਕੇ। ਜਦੋਂ ਮਹਾਰਾਜ ਦੀ ਬਾਣੀ ਪੜਾਂਗੇ ਅੰਗਾਂ ਨੂੰ ਹੱਥ ਨਹੀਂ ਉਹ ਲੱਗਣਗੇ, ਥੱਲੇ ਪੈਰ ਵੀ ਲੱਗੇ ਨੇ ਸੰਗਤ ਦੇ। ਉਹੀ ਹੱਥ ਆ ਕੇ ਗੁਰੂ ਗ੍ਰੰਥ ਸਾਹਿਬ ਮਾਰੂ ਲਾ ਦਾਂਗੇ, ਨਹੀਂ। ਇਸ ਕਰਕੇ ਸਤਿਕਾਰ ਹੈ, ਜਿੰਨਾ ਕਰ ਲਓ ਉਨਾ ਥੋੜਾ। ਹਜੂਰੀਆ ਸਿੰਘ ਰੱਖ ਦੇਗੀ, ਕਿਸੇ ਦਾ ਹੈ ਮਰੀਦ, ਸੇਵਕ ਹੈ, ਗੁਰੂ ਨਾਨਕ ਦੇ ਘਰ ਦਾ ਨਿਨ ਸ਼ਰਧਾਲੂ ਹੈ। ਬੜੀ ਸ਼ਰਧਾ ਹੈ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਉੱਤੇ। ਇੰਨੀ ਸ਼ਰਧਾ ਕਹਿਣੇ ਕਥਨੇ ਤੋਂ ਪਰਾਂ ਦੀ ਗੱਲ ਹੈ। ਤੇ ਗੁਰੂ ਨਾ ਮਾਇਆ ਦਾ, ਨਾ ਪਦਾਰਥਾਂ ਦਾ, ਨਿਆਂ ਤੇਰੇ ਮਹਿਲ ਦਾ। ਵੀ ਬੜੀ ਮਹਿੰਗੀ ਕੋਠੀ ਪਾਈ ਸਿੱਖ ਨੇ, ਗੁਰੂ ਖੁਸ਼ ਹੁੰਦਾ ਹੋਵੇ। ਨਹੀਂ ਸਿੱਖਾ, ਇਸ ਤੋਂ ਵਧੀਆ ਬਣੇ ਤੇਰੀ, ਪਰ ਗੁਰੂ ਇਹ ਚੀਜ਼ਾਂ ਤੇ ਖੁਸ਼ ਨਹੀਂ ਹੁੰਦਾ। ਗੁਰੂ ਗੋਬਿੰਦ ਭਾਵੋ ਭਗਤ ਦਾ ਭੁੱਖਾ। ਭਾਈ ਗੁਰਦਾਸ ਜੀ ਵਾਰ ਵਿੱਚ ਲਿਖਦੇ ਨੇ, ਪ੍ਰੇਮ ਦਾ ਭੁੱਖਾ ਹੈ ਉਹ। ਤੇ 10ਵੇਂ ਪਾਤਸ਼ਾਹ ਕਹਿੰਦੇ, ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਾ ਤੂੰ ਆਵੇਂ ਵਸ ਬਹੁਤ ਕਢਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਬਹੁਤ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗੰਮ ਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਭੈ ਭਗਤੀ ਦੇ ਵਸ, ਪ੍ਰੇਮਾ ਭਗਤੀ। ਬਾਬਾ ਮੱਖਣ ਸ਼ਾਹ ਲਬਾਣੀ ਦਾ ਪ੍ਰੇਮ ਤਾਂ ਥਾ ਹੀ ਸੀ। ਤੇ ਜਦੋਂ ਦੇਖਿਆ ਕੋਈ ਹਿੱਲਾ ਨਾ ਚੱਲਿਆ, ਸਗੋਂ ਜਹਾਜ਼ ਡੁੱਬਦਾ ਜਾ ਰਿਹਾ। ਫਿਰ ਹੱਥ ਜੋੜੇ, ਗਲ 'ਚ ਪੱਲੂ ਪਾਇਆ। ਅਧੀਨਗੀ ਦਾ ਵੀ ਪ੍ਰਤੀਕ ਹੈ, ਨਿਮਰਤਾ ਦਾ ਵੀ ਪ੍ਰਤੀਕ, ਸੇਵਕ ਦਾ ਵੀ ਪ੍ਰਤੀਕ ਹੈ ਹਜੂਰੀਆ। ਦੋਏ ਹੱਥ ਜੋਰ ਕਰੂੰ ਅਰਦਾਸ, ਤੁਧ ਭਾਵੈ ਤਾਣੇ ਰਾਸ। ਤੇ ਆਪਾਂ ਮੰਗਲਾ ਚਰਨ ਕੀ ਪੜਿਆ ਸੀ? ਕਥਾ ਦਾ। ਕਥਾ ਦੇ ਵੀ ਸਿਧਾਂਤ ਹੁੰਦੇ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ। ਜਿਹੜੇ ਗੁਰੂ ਅੱਗੇ ਅਰਦਾਸ ਕਰਦਾ, ਤਿੰਨੇ ਤਾਪ ਦੂਰ ਕਰ ਸਕਦਾ। ਆਦਿ ਵਿਆਧੀ ਉਪਾਧੀ। ਆਦ ਵਿਆਧ ਉਪਾਧ। ਘਰੇਲੂ ਝਗੜੇ, ਲੜਾਈਆਂ, ਸਰੀਰਕ ਰੋਗ, ਲੋਕ ਪ੍ਰਲੋਕ। ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਭ ਆ ਜਾਂਦੇ ਨੇ ਤਿੰਨੇ ਤਾਪਾਂ ਵਿੱਚ। ਤਾਕੋ ਵਿਗੜ ਨਾ ਕੋਊ ਲਾਗੇ, ਜਾਕੀ ਪ੍ਰਭ ਆਗੇ ਅਰਦਾਸ।
ਉਹਨੂੰ ਵਿਗਣ ਨਹੀਂ ਲੱਗੇਗਾ ਜਿੰਦੀ ਅਰਦਾਸ ਗੁਰੂ ਨਾਨਕ ਦੇ ਚਰਨਾਂ 'ਚ। ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ। ਫਿਰ ਕਾਰਜ ਰਾਸ ਹੀ ਹੁੰਦੇ ਨੇ। ਜਦੋਂ ਬਾਬਾ ਮੱਖਣ ਸ਼ਾਹ ਲਬਾਣੀ ਜੀ ਨੇ ਗਲ 'ਚ ਪੱਲੂ ਪਾ ਕੇ ਇੱਕ ਮਨ ਹੋ ਕੇ ਅਰਦਾਸ ਕੀਤੀ, ਅਰਦਾਸ ਦਾ ਪਹਿਲਾ ਅੱਖਰ ਦੇ ਅਰਥ ਨਿਕਲਦੇ ਨੇ। ਸੁਣੋ ਸੁਆਮੀ ਅਰਦਾਸ ਜਨ ਤੂੰ ਮੰਤਰ ਜਾਣੀ, ਥਾਣ ਥਨੰਤਰ ਰਵਰੇ ਨਾਨਕ ਕੇ ਸੁਣ। ਕਿੱਥੇ ਸੀ ਗੁਰੂ ਤੇਗ ਬਹਾਦਰ? ਬਾਬੇ ਬਕਾਲੇ ਭੋਰੇ ਵਿੱਚ ਸੀ ਮਹਾਰਾਜ। ਉਦੋਂ ਮਹਾਰਾਜ ਕੋਲ ਅਰਦਾਸ ਪਹੁੰਚ ਗਈ। ਹੁਣ ਸਾਧ ਸੰਗੀ ਅਰਦਾਸ ਦੀ ਡੈਫੀਨੇਸ਼ਨ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਅਰਦਾਸ ਕਿੰਦੀ ਨਹੀਂ ਬਿਰਥੀ ਜਾਂਦੀ। ਅਰਦਾਸ ਤੇ ਬੜੇ ਕਰਦੇ ਨੇ, ਪ੍ਰਵਾਨ ਕਿਸੇ ਕਿਸੇ ਦੀ ਹੁੰਦੀ ਹੈ, ਬਿਰਥੀ ਕਿੰਦੀ ਨਹੀਂ ਜਾਂਦੀ ਅਰਦਾਸ। ਪੁੱਛੋ ਮਹਾਰਾਜ ਨੂੰ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਅਰਦਾਸ ਬਿਰਥੀ ਕਿੰਦੀ ਨਹੀਂ ਜਾਂਦੀ ਜਨ ਕੀ। ਜਿਹੜਾ ਜਨ ਬਣ ਕੇ ਗੁਰੂ ਅੱਗੇ ਅਰਦਾਸ ਕਰਿਆ ਉਹਦੀ ਕਦੀ ਅਰਦਾਸ ਬਿਰਥੀ ਨਹੀਂ ਜਾਂਦੀ ਹੈ। ਤੇ ਜਨ ਕਿਵੇਂ ਬਣਿਆ ਜਾਏਗਾ? ਇਹਦੀ ਡੈਫੀਨੇਸ਼ਨ ਭਾਈ ਗੁਰਦਾਸ ਜੀ ਦੱਸਦੇ ਨੇ ਆਪਣੀ ਵਾਰ ਵਿੱਚ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਮਰੀਦ ਜਨ ਦੀ ਡੈਫੀਨੇਸ਼ਨ ਕੀ ਹੈ? ਮਰੀਦ ਬਣਨਾ ਬੜਾ ਔਖਾ ਹੈ, ਜਨ ਬਣਨਾ ਬੜਾ ਔਖਾ ਹੈ। ਜੇ ਜਨ ਬਣ ਗਿਆ ਅਰਦਾਸ ਰਾਸ, ਪ੍ਰਵਾਨ ਅਰਦਾਸ। ਬਾਬਾ ਮੱਖਣ ਸ਼ਾਹ ਲਬਾਣਾ ਜੀ ਜਨ ਨੇ ਗੁਰੂ ਕੇ। ਤੇ ਵੇਖੋ ਅਰਦਾਸ ਸਕਿੰਟਾਂ 'ਚ ਪਹੁੰਚ ਗਈ, ਸਕਿੰਟਾਂ 'ਚ, ਬਿਰਥੀ ਨਹੀਂ ਗਈ। ਜਦੋਂ ਅਰਦਾਸ ਪਹੁੰਚੀ, ਅਰਦਾਸ ਦਾ ਪਹਿਲਾ ਅੱਖਰ ਦੇ ਅਰਥ ਅੰਤਰਯਾਮਤਾ ਦਾ ਵਾਚਕ ਹੈ, ਐੜਾ ਅੱਖਰ। ਗੁਰੂ ਨੇ ਕਿੱਥੇ ਬੈਠਾ? ਬਾਬੇ ਬਕਾਲੇ। ਤੇ ਬਾਬਾ ਮੱਖਣ ਸ਼ਾਹ ਲਬਾਣਾ ਕਿਤੇ ਸੂਰਤ ਦੀ ਬੰਦਰਗਾਹ। ਅੱਜ ਵੀ ਸੂਰਤ ਦੀ ਬੰਦਰਗਾਹ ਤੇ ਲਬਾਣਿਆਂ ਦੇ ਪਿੰਡ ਵਸਦੇ ਨੇ। ਆਪਣੇ ਕੌਮ ਦੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਜਾ ਕੇ ਆਏ ਨੇ। ਪਿੰਡਾਂ ਦੇ ਪਿੰਡ ਵਸਦੇ ਨੇ ਉੱਥੇ। ਇਸ ਕਰਕੇ ਅੰਤਰਯਾਮਤਾ ਗੁਰੂ ਨੂੰ ਹੈ, ਗੁਰੂ ਨੇ ਜਾਣ ਲਿਆ ਬਿਨਾਂ ਬੋਲੇ। ਤੇ ਹੁਣ ਅਰਦਾਸ ਦਾ ਦੂਜਾ ਅੱਖਰ ਹੈ ਰਾਰਾ। ਇਹ ਪ੍ਰਤੀਕ ਹੈ ਰਾਖੀ ਦਾ। ਹੁਣ ਗੁਰੂ ਰਾਖੀ ਕਰੇਗਾ। ਗੁਰੂ ਤੇਗ ਬਹਾਦਰ ਮਾਨ ਨੂੰ ਸਿਮਰਿਆ, ਤੇਗ ਬਹਾਦਰ ਸਿਮਰੀਏ ਘਰ ਨੌਨ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਇਹ ਵੀ ਅਰਥ ਢੁਕਦੇ ਨੇ। ਗੁਰੂ ਤੇਗ ਬਹਾਦਰ ਨੂੰ ਜਿਹੜਾ ਸ਼ਰਧੇ ਸੱਚੇ ਮਨੋਂ ਧਿਆਉਂਦਾ ਹੈ, ਸ਼ਰਧਾ ਸਹਿਤ, ਮਹਾਰਾਜ ਸਹਾਈ ਹੋ ਜਾਂਦੇ ਨੇ। ਉੱਥੇ ਸਹਾਈ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜ। ਸਹਾਈ ਹੋ ਕੇ ਆਪਣਾ ਮੋਢਾ ਲਾ ਕੇ ਜਹਾਜ਼ ਨੂੰ ਉੱਥੋਂ ਕੱਢ ਦਿੰਦੇ ਨੇ, ਬੰਨੇ ਲਾ ਦਿੰਦੇ ਨੇ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇ। ਤਾਰ ਦਿੱਤਾ ਜਹਾਜ਼, ਪਾਰ ਕਰ ਦਿੱਤਾ। ਪਾਰ ਕਰਕੇ ਮਹਾਰਾਜ ਆਪਣੇ ਸਰੂਪ ਵਿੱਚ ਆ ਗਏ। ਸਾਧ ਸੰਗੀ ਇੱਕ ਅਵਸਥਾ ਲਿਖੀਆਂ ਨੇ ਪਹਿਲੀ ਪੋਥੀ ਟਕਸਾਲ, ਖੇਚਰੀ, ਭੂਚਰੀ, ਤੁਲਸੀ ਮਾਲਾ, ਬਾਣੀ 'ਚ ਵੀ ਹੁੰਦੀਆਂ ਨੇ ਵੈਸੇ। ਪਾਣੀ ਤੇ ਚੱਲਣ ਦੀ, ਹਵਾ 'ਚ ਚੱਲਣ ਦੀ, ਸਰੀਰ ਨੂੰ ਛੱਡਣ ਦੀ ਸੰਤਾਂ 'ਚ ਵੀ ਅਵਸਥਾ ਆ ਜਾਂਦੀ। ਸਰੀਰ ਇੱਥੇ ਵੀ ਹੋਏਗਾ, ਸਰੀਰ ਛੱਡ ਕੇ ਕਾਰਜ ਵੀ ਕਰ ਦਿੰਦੇ ਨੇ। ਅਵਸਥਾ ਵੀ ਹੈ, ਪਰ ਦੱਸਦੇ ਨਹੀਂ, ਜਨਮਦੇ ਨਹੀਂ। ਕਿਸੇ ਨੂੰ ਦੱਸ ਕੇ ਕੀ ਲੈਣਾ ਹੈ ਜੇ ਕਿਸੇ ਨੂੰ ਪ੍ਰਾਪਤੀ ਹੋ ਗਈ ਅਵਸਥਾ ਦੀ। ਇਹ ਪਰਮਾਰਥ ਦੀਆਂ ਮੰਜ਼ਿਲਾਂ ਨੇ, ਹਵਾ 'ਚ, ਪਾਣੀ 'ਚ। ਪਰ ਉਹ ਤਾਂ ਗੁਰੂ ਆਪ ਸਰਬ ਸ਼ਕਤੀਮਾਨ, ਸਭ ਕੁਛ ਕਰ ਸਕਦਾ ਹੈ। ਗੁਰੂ ਕਾਰਜ ਰਾਜ ਕਰ ਦਿੱਤਾ। ਫਿਰ ਸੇਵਕ ਸ਼ੁਕਰਾਨਾ ਕਰਦਾ ਹੈ ਜਦੋਂ ਗੁਰੂ ਅੱਗੇ ਅਰਦਾਸ ਕਰਦਾ। ਹੁਣ ਸਾਧ ਸੰਗੀ ਦੱਦਾ ਤੀਸਰਾ ਅੱਖਰ ਹੈ ਅਰਦਾਸ ਦਾ। ਇਹ ਬੋਧਕ ਹੈ ਦਾਤੇ ਦਾ।
ਇੰਨੀਆਂ ਕੁ ਗੁਰੂ ਨਾਨਕ ਨੇ ਦਾਤਾਂ ਦਿੱਤੀਆਂ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ। ਸਾਧ ਸੰਗਤ ਜੀ, ਰਹਿੰਦੀ ਦੁਨੀਆ ਤੱਕ ਸ਼ਾਹ ਵਾਲੀ ਦਾਤ ਦੇ ਦਿੱਤੀ। ਸ਼ਾਹ ਦੁਨੀਆ ਤੇ ਬੜੇ ਬਾਨੀ ਦਾਨੀ ਜੰਮਣਗੇ, ਮਰਨਗੇ, ਖਤਮ ਹੋਣਗੇ, ਕਿਸੇ ਨੇ ਨਹੀਂ ਪੁੱਛਣਾ। ਵੇਖਿਓ ਪਹਿਲਾਂ ਵੀ ਬੜੇ ਆਏ, ਸਿਕੰਦਰ ਵਰਗੇ, ਪਾਰਸ ਵਰਗੇ ਬੜੇ ਆਏ। ਸਾਧ ਸੰਗਤ ਜੀ, ਉਹ ਜਿਹੜੇ ਕਾਰੂ ਬਾਦਸ਼ਾਹ ਵਰਗੇ 40 ਗੰਜ ਮਾਇਆ ਜੋੜਨ ਵਾਲੇ, ਕੌਣ ਜਾਣਦਾ ਉਹਨਾਂ ਨੂੰ। ਗੁਰੂਆਂ ਨੇ ਆਪਣੇ ਜੀਵਨ ਕਾਲ ਵਿੱਚ 2 ਸ਼ਾਹ ਬਣਾਏ ਨੇ, ਤੇ ਉਹ 2 ਸ਼ਾਹ ਜਦ ਤੱਕ ਸੰਸਾਰ ਰਹੇਗਾ ਉਹ ਰਹਿਣਗੇ, ਲੱਖੀ ਸ਼ਾਹ ਤੇ ਮੱਖਣ ਸ਼ਾਹ, ਰਹਿੰਦੀ ਦੁਨੀਆ ਤੱਕ ਰਹਿਣਗੇ। ਵੇਖੋ ਗੁਰੂਆਂ ਦੀ ਕਿਰਪਾ ਬਖਸ਼ਿਸ਼। ਦੱਦਾ ਬੁੱਧ ਕਹਿ ਦਾਤੇ ਦਾ, ਗੁਰੂ ਨਾਨਕ ਦੇਵ ਮਹਾਰਾਜ ਨੇ 1521 ਵਿੱਚ ਬਖਸ਼ਿਸ਼ਾਂ ਕੀਤੀਆਂ ਨੇ ਬਾਬਾ ਮੱਖਣ ਸ਼ਾਹ ਲੁਬਾਣੇ ਦੇ ਪਰਿਵਾਰ ਦੇ। ਕਿੰਨੀਆਂ ਬਖਸ਼ਿਸ਼ਾਂ ਕੀਤੀਆਂ 1521 ਤੋਂ ਲੈ ਕੇ ਬਾਬਾ ਸਾਵਣ ਸਿੰਘ। ਪੀੜ੍ਹੀਆਂ ਆਉਣ ਵਾਲੇ ਫਿਊਚਰ ਬਾਰੇ ਵੀ ਵਾਕ ਹੁੰਦੇ ਨੇ ਉਹਦੇ 'ਚ। ਬਾਬਾ ਅਰਥਾ, ਬਾਬਾ ਬੀਨਾ, ਬਾਬਾ ਸਾਵਣ ਦਾ ਪੁੱਤਰ ਅਰਥਾ, ਬਾਬਾ ਅਰਥਾ ਦਾ ਪੁੱਤਰ ਬੀਨਾ, ਬਾਬੇ ਬੀਨੇ ਦਾ ਪੁੱਤਰ ਦੇਸਾ, ਦਾਸਾ ਵੀ ਜਿਹਨੂੰ ਲਿਖਿਆ, ਦਾਸੇ ਦਾ ਪੁੱਤਰ ਬਾਬਾ ਮੱਖਣ ਸ਼ਾਹ ਲੁਬਾਣਾ। ਸੈਕਟਰੀ ਸਾਹਿਬ ਬੋਲ ਰਹੇ ਸੀ ਉੱਥੇ ਵੀ ਪੋਤਰਾ ਬਾਬਾ ਮੱਖਣ ਸ਼ਾਹ ਦਾ, ਤੇ ਅਸੀਂ ਦੱਸਿਆ ਨਹੀਂ ਪੋਤਰੇ ਨਹੀਂ, ਪੋਤਰਾ ਨਹੀਂ। ਬਾਬਾ ਸਾਵਣ ਤੇ ਦਾਦੇ ਦਾ ਵੀ ਦਾਦਾ ਲੱਗਦਾ ਹੋਣਾ, ਦੂਰ ਦੀ ਪੀੜੀ ਹੈ। ਬਾਬੇ ਮੱਖਣ ਸ਼ਾਹ ਲੁਬਾਣੇ ਦੇ ਵੱਡੇ ਹੀ ਨੇ। ਦੱਦਾ ਬੁੱਧ ਕਹਿ ਦਾਤੇ ਦਾ, ਇੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਮਹਾਰਾਜ ਨੇ। ਤੇ ਸੱਸਾ ਵਾਚਕ ਹੈ ਸਹਾਰੇ ਦਾ, ਸਹਾਰਾ ਵੀ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ। ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਨੇ ਬਕਾਲਾ ਸਾਹਿਬ, ਕਿਉਂਕਿ ਇਹ ਗੱਲ ਦਾ ਪਤਾ ਉਹਨਾਂ ਨੂੰ ਲੱਖੀ ਸ਼ਾਹ ਤੋਂ ਪਤਾ ਲੱਗਾ ਸੀ। ਬੰਗਲਾ ਸਾਹਿਬ ਪਹੁੰਚੇ, ਪਾਕਿਸਤਾਨ ਤਾਂ ਉਹਨਾਂ ਦਾ ਆਪਣਾ ਪਿੰਡ ਹੈ। ਪਤਾ ਲੱਗਾ ਮਹਾਰਾਜ ਬੰਗਲਾ ਸਾਹਿਬ ਨੇ 8ਵੇਂ ਪਾਤਸ਼ਾਹ ਇੱਥੇ ਆਏ, ਕਹਿੰਦੇ ਜੋਤੀ ਜੋਤ ਸਮਾ ਗਏ 8ਵੇਂ ਪਾਤਸ਼ਾਹ। ਗੱਦੀ ਕਿਹਨੂੰ ਦੇ ਗਏ? ਕਹਿੰਦੇ ਬਾਬਾ ਬਸੇ ਗ੍ਰਾਮ ਬਕਲ। ਪੁੱਛਿਆ ਕਿਹਨੂੰ? ਬਾਬਾ ਲੱਖੀ ਸ਼ਾਹ ਨੇ। ਲੱਖੀ ਸ਼ਾਹ ਨੇ ਦੱਸਿਆ ਮਹਾਰਾਜ 9ਵੇਂ ਪਾਤਸ਼ਾਹ ਬਾਬੇ ਬਕਾਲੇ ਨੇ। ਉੱਥੋਂ ਫਿਰ ਵੇਖੋ ਸ਼ਰਧਾ ਕਿੰਨੀ। ਪਹਿਲਾਂ ਤਾਂ ਵੇਖੋ ਸੂਰਤ ਦੇ ਟਾਪੂ ਚੋਂ ਆਏ, ਪਾਕਿਸਤਾਨ ਆਏ, ਫਿਰ ਉੱਥੋਂ ਚੱਲੇ ਬੰਗਲਾ ਸਾਹਿਬ, ਉੱਥੋਂ ਫਿਰ ਚੱਲੇ ਲੱਖੀ ਸ਼ਾਹ ਕੋਲ। ਲੱਖੀ ਸ਼ਾਹ ਤੋਂ ਪਤਾ ਲੈ ਕੇ ਫਿਰ ਆਏ ਬਾਬੇ ਬਕਾਲੇ। ਸ਼ਰਧਾ ਭਾਵਨਾ ਕਿੰਨੀ। ਕੋਈ ਨਹੀਂ ਟਾਈਮ ਲੱਗਾ ਉਦੋਂ ਦੇ ਆਵਾਂਗੇ, ਆਪਾਂ ਨੂੰ ਕਿਹੜਾ ਸਿਰ ਤੇ ਪਈ, ਆਪਾਂ ਕਹੀ ਦਿੰਦੇ। ਭਾਵਨਾ ਵੇਖੋ, ਗੁਰੂ ਵੀ ਪ੍ਰੇਮ ਦਾ ਹੀ ਭੁੱਖਾ। ਪ੍ਰੇਮ ਦੇ ਅਰਥ ਨੇ ਉੱਥੇ ਮੈਂ ਨਹੀਂ ਹੈ, ਪਰੇ ਮੈਂ, ਪਰੇ ਪਲੱਸ ਮੈਂ, ਪ੍ਰੇਮ। ਮੈਂ ਤਾਂ ਹੈ ਹੀ ਨਹੀਂ। ਇੰਨਾ ਦਿੱਤਾ ਗੁਰੂ ਦਾ ਰਿਜ਼ਕ, ਜਹਾਜ਼ ਸੈਂਕੜਿਆਂ ਨਾਲ ਚੱਲਦੇ, ਸੈਂਕੜਿਆਂ ਨਾਲ ਨੌਕਰ ਚਾਕਰ, ਹਉ ਨਹੀਂ ਅੰਦਰ ਬਸ। ਗੁਰੂ ਵੀ ਉੱਥੇ ਹੀ ਭਤੀਜਦਾ। ਪਹੁੰਚ ਗਏ, ਦੇਖਿਆ ਇੱਥੇ 22 ਮੰਜੀਆਂ ਲਾ ਕੇ ਬੈਠੇ ਨੇ। ਤੇ ਸਾਧ ਸੰਗਤ ਜੀ, ਸਾਡਾ ਇਤਿਹਾਸ ਕਹਿੰਦਾ ਵੀ 2-2 ਮੋਹਰਾਂ ਰੱਖੀਆਂ ਸੀ, 5-5 ਨਹੀਂ ਰੱਖੀਆਂ ਸੀ, 2-2 ਰੱਖੀਆਂ ਸੀ। ਜਿਹੜਾ ਪੂਰਾ ਹੋਏਗਾ ਉਹ ਕਹਿ ਕੇ ਮੰਗੇਗਾ। ਮੁਕਤੀ ਵਿਚਾਰ ਸਮਾਂ ਬੀਤਦਾ ਗਿਆ, ਮਨ ਦਾ ਜਿਹੜਾ ਸ਼ੰਕਾ ਨਿਵਰਤ ਨਹੀਂ ਹੋਇਆ, ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਪੁੱਛਿਆ ਮਹਾਰਾਜ ਮੈਂ ਤਾਂ ਹੁਣ ਡੋਲਦਾ ਜਾਂਦਾ, ਅਰਦਾਸ ਵੀ ਉੱਥੇ ਕੀਤੀ, ਕਿਰਪਾ ਕਰੋ ਮੈਨੂੰ ਡੋਲਣ ਨਾ ਦਿਓ, ਦਰਸ਼ਨ ਦਿਓ। ਇੱਥੇ ਇੱਕ ਇਤਿਹਾਸਕਾਰ ਕਹਿੰਦਾ ਮਹਾਰਾਜ ਨੇ ਆਪਣਾ ਦਰਬਸ ਸਿੰਘ ਵੀ ਭੇਜਿਆ ਸੀ, ਸਿੱਖ। ਤੇ ਇੱਕ ਇਤਿਹਾਸਕਾਰ ਕਹਿੰਦਾ ਕਿ ਸਿੱਖ ਨੂੰ ਪੁੱਛਿਆ ਹੋਰ ਵੀ ਹੈ ਕੋਈ? ਕਹਿੰਦੇ ਉਹ ਭੋਰੇ ਚ ਰਹਿੰਦਾ ਤੇਗਾ ਕਮਲਾ, ਜਿਨ੍ਹਾਂ ਤੇ ਬਾਣੀ ਦਾ ਰੰਗ ਚੜ ਜਾਂਦਾ। ਦੁਨੀਆ ਅੱਜ ਵੀ ਉਹਨਾਂ ਨੂੰ ਕਮਲਾ ਕਹਿੰਦੀ ਹੈ।
पर दुनिया आप कमली है। इस करके महाराज नूं भी कमला कहा, गुरु नानक देव महाराज नूं भी कुराइया कहा, बेताला कहा, भगत कबीर जी नूं भी कहा, भगतां नूं भी कहा। ਜਿਹੜੇ ਰਾਹ ਤੇ ਚੱਲਣਗੇ ਉਹਨਾਂ ਨੂੰ ਇਹ ਗੱਲਾਂ ਤਾਂ ਸੁਣਨ ਨੂੰ ਮਿਲਣਗੀਆਂ। ਤੁਰ ਗਏ ਭੋਰੇ ਵਿੱਚ, ਮਾਤਾ ਨਾਨਕੀ ਪਹਿਰੇ ਤੇ ਨੇ, ਹੱਥ 'ਚ ਸੋਟਾ ਫੜਿਆ। 26 ਸਾਲ 9 ਮਹੀਨੇ 13 ਦਿਨ ਉੱਥੇ ਮਹਾਰਾਜ ਰਹੇ ਨੇ ਤੇ ਮਾਤਾ ਜੀ ਵੀ ਨਾਲ ਤਪ ਕੀਤਾ। ਅੰਦਰ ਜਾ ਕੇ ਪੁੱਛਦੇ ਨੇ, ਕਹਿੰਦੇ ਆਉਣ ਦੋ, ਕੋਈ ਨਹੀਂ। ਮੱਥਾ ਟੇਕਿਆ, ਦਰਸ਼ਨ ਕਰਕੇ ਨਿਹਾਲ। ਇੱਥੇ ਇਤਿਹਾਸ ਕਹਿੰਦੇ 2 ਨਹੀਂ ਰੱਖੀਆਂ, 5 ਰੱਖੀਆਂ ਸੀ। 5 ਮੋਹਰਾਂ ਰੱਖ ਕੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਮੋਢੇ ਤੋਂ ਚਾਦਰ ਲਾ ਕੇ ਕਹਿੰਦੇ ਆ ਵੇਖ ਜ਼ਖਮ ਅਜੇ ਵੀ ਹੈ। ਸੁੱਖ ਦਾ 500 ਹੈ, ਗੁਰੂ ਨਾਨਕ ਕਰ ਘਾਟਾ ਨਹੀਂ, ਪਰ ਤੇਰੇ ਮਨ ਵਿੱਚ ਇਹ ਹੈ ਪੂਰਾ ਗੁਰੂ ਹੋਏਗਾ, ਮੰਗ ਕੇ ਲੈ ਲੇਗਾ। ਸੇਵਕ ਮੰਗਦਾ ਹੈ ਗੁਰੂ ਕੋਲ, ਗੁਰੂ ਨਹੀਂ ਸੇਵਕ ਕੋਲ ਮੰਗਦਾ, ਪ੍ਰੇਮ ਹੀ ਮੰਗਦਾ ਹੁੰਦਾ। ਪਰ ਤੇਰੇ ਮਨ ਦੀ ਜਿਹੜੀ ਬੇਨਤੀ ਹੈ ਕਿ ਗੁਰੂ ਆਪਣੇ ਮੂੰਹ ਕਵੇ, ਪੂਰੇ ਗੁਰੂ ਦੀ ਮੈਨੂੰ ਪ੍ਰਾਪਤੀ ਹੋ ਜਾਏਗੀ, ਪਤਾ ਲੱਗ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਫਿਰ ਉੱਥੇ ਬੋਲੇ, ਜਦੋਂ ਮੋਢਾ ਲਾ ਕੇ ਜਹਾਜ਼ ਬੰਨੇ ਲਾਏ ਸੀ ਉਦੋਂ 500, ਹੁਣ 5 ਰੱਖਦਾ। ਫਿਰ ਅੱਖਾਂ ਭਰ ਆਈਆਂ। ਆਪਣੇ ਪੁੱਤਰ ਨੂੰ ਖੁਸ਼ਹਾਲ ਚੰਦ ਜਿਹੜਾ ਨਾਲ ਆਇਆ ਸੀ, ਵੈਸੇ ਇੱਕ ਜਵੰਦ ਲਾਲੂ ਚੰਦ, ਲਾਲ ਚੰਦ ਜਵੰਦ ਬਾਅਦ ਚੋਂ ਹੀ ਪਿਆ ਨਾਮ, ਅੰਮ੍ਰਿਤ ਛਕਣ ਤੋਂ ਬਾਅਦ ਖੁਸ਼ਹਾਲ ਚੰਦ ਅੰਮ੍ਰਿਤ ਛਕ ਕੇ ਖੁਸ਼ਹਾਲ ਸਿੰਘ ਹੋਏ। ਜਵੰਦ ਸਿੰਘ ਗੜੀ ਚਮਕੌਰ ਸ਼ਹੀਦ ਹੋਏ। ਇਤਿਹਾਸ ਬਾਬਾ ਮੱਖਣ ਸ਼ਾਹ ਦਾ ਸ਼ਹੀਦਾਂ 'ਚ ਬੜਾ ਲੰਮਾ ਇਤਿਹਾਸ। ਕਹਿਣ ਲੱਗੇ ਖੁਸ਼ਹਾਲ ਜਿੰਨੀ ਮਾਇਆ ਢੇਰੀ ਕਰਦੇ, 500 ਨਹੀਂ ਚੜਾਈ ਉੱਥੇ, ਜਿੰਨੀ ਕੋਲ ਸੀ ਸਾਰੀ ਢੇਰ ਲਾਤਾ ਸੀ ਅੱਗੇ ਮਹਾਰਾਜ। ਪਤਾ ਲੱਗ ਗਿਆ ਹੁਣ ਪੂਰਾ ਗੁਰੂ ਲੱਭ ਗਿਆ। ਪੰਥ ਤੇ ਐਸਾ ਸਮਾਂ ਸਿੱਖ ਧਰਮ ਤੇ ਆਇਆ ਸੀ ਕਿ ਦੁਨੀਆ, ਸਾਡੇ ਸਿੱਖ ਗੁੰਮਰਾਹ ਹੋਣ ਲੱਗ ਗਏ ਸੀ। ਪੂਰਾ ਗੁਰੂ ਦਾ ਪਤਾ ਹੀ ਨਹੀਂ ਕਿਸੇ ਨੂੰ। 22 ਮੰਜੀਆਂ ਤੇ ਮੱਥਾ ਟੇਕੀ ਜਾਂਦੇ ਸੀ, ਮੰਨੀ ਜਾਂਦੇ ਸੀ। ਉਸ ਵੇਲੇ ਜਿਹੜਾ ਐਸਾ ਸਮਾਂ ਸੰਕਟ ਦਾ ਪੰਥ ਤੇ ਆਇਆ ਤੇ ਸੰਗਤਾਂ ਨੂੰ ਕੁਰਾਏ ਪੈਂਦਿਆਂ ਨੂੰ ਬਚਾਇਆ ਬਾਬਾ ਮੱਖਣ ਸ਼ਾਹ ਲਮਾਣੀ। ਉਹ ਘੁੰਮਣ ਕੇਰੀ ਚੋਂ ਕੱਢਿਆ ਬਾਬਾ ਮੱਖਣ ਸ਼ਾਹ ਲਮਾਣੀ। ਦੱਸਿਆ ਲੋਕਾਂ ਨੂੰ, ਕੋਠੇ ਤੇ ਚੜ ਕੇ ਆ ਪੱਲਾ ਗਲ 'ਚ ਹੈ ਸੀ ਤਾਂ ਹੀ ਘੁਮਾਇਆ ਸੀ ਕਿ ਮਹਾਰਾਜ ਦਾ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਦਾ। ਫੋਟੋਆਂ ਵੇਖਦੇ ਨਾ ਪੁਰਾਣੀਆਂ, ਪੱਲਾ ਘੁਮਾ ਰਹੇ ਨੇ, ਮਹਾਰਾਜ ਦਾ ਤਾਂ ਨਹੀਂ ਲੈ ਕੇ ਆਏ, ਗਲ 'ਚ ਰੱਖਦੇ ਸੀ ਹਰ ਟਾਈਮ। ਸੇਵਕ ਦਾ ਪ੍ਰਤੀਕ ਹੈ। ਗਲ 'ਚੋਂ ਪੱਲਾ ਕੱਢ ਕੇ ਘੁਮਾ ਕੇ, ਭੋਲੀਏ ਗੁਰੂ ਦੀ ਇਹ ਸੰਗਤੇ, ਗੁਰੂ ਲਾਧੋ ਰੇ। ਪੂਰਾ ਗੁਰੂ ਨਾਨਕ ਤੇ ਭੋਰੇ ਤੇ ਬੈਠਾ, ਕਿੱਥੇ ਗੁੰਮਰਾਹ ਹੋ ਰਹੇ। ਭਾਵੇਂ ਮਹਾਰਾਜ ਨੇ ਰੋਕਿਆ ਵੀ ਸੀ, ਪਰ ਬਾਬਾ ਮੱਖਣ ਸ਼ਾਹ ਕਹਿੰਦੇ ਨਹੀਂ। ਬੜੀਆਂ ਬਖਸ਼ਿਸ਼ਾਂ ਗੁਰੂ ਦੀਆਂ ਪ੍ਰਾਪਤ ਕੀਤੀਆਂ, ਬੜਾ ਲੰਮੇਰਾ ਇਤਿਹਾਸ ਹੈ। ਪਹਿਲਾਂ ਬੇਨਤੀ ਕੀਤੀ ਆਪਾਂ ਅਰਦਾਸ ਤੇ ਹੀ ਫੋਕਸ ਰੱਖਣਾ ਹੈ। ਅਰਦਾਸ ਦੇ 4 ਅੱਖਰ ਸਾਖੀ ਦੇ ਪੂਰੇ ਹੋਏ ਨੇ। ਐੜਾ ਵਾਚਕ ਅੰਤਰਜਾਮੀ, ਰਾਰਾ ਜਿਹੜਾ ਪ੍ਰਤੀਕ ਹੈ ਰਾਖੀ ਦਾ, ਦੱਦਾ ਬੋਧਕ ਹੈ ਦਾਤੇ ਦਾ, ਸੱਸਾ ਸਹਾਰੇ ਦਾ। ਇਹ ਸਾਰੀਆਂ ਗੱਲਾਂ ਬਾਬਾ ਮੱਖਣ ਸ਼ਾਹ ਤੇ ਟੁਕੀਆਂ ਨੇ। ਹੋਰ ਬੜੇ ਗੁਰੂ ਦੇ ਸਿੱਖ ਨੇ ਜਿਨ੍ਹਾਂ ਤੇ ਇਹ ਲਾਗੂ ਹੁੰਦੇ ਨੇ, ਅੱਜ ਵੀ ਹੁੰਦੇ ਨੇ ਸੇਵਕਾਂ ਤੇ। ਗੁਰੂ ਕਿਰਪਾ ਕਰਦਾ। ਹੋਈਆਂ ਭੁੱਲਾਂ ਦੀ ਮਾਫੀ। ਸਮਾਂ ਸਮਾਪਤੀ ਦਾ ਹੋ ਗਿਆ। ਸੋ ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਕੀ ਕਥਾ ਸਰਵਣ ਕੀਤੀ ਹੈ। ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸੋ ਬੇਨਤੀ ਕਰਕੇ ਗਏ ਨੇ ਸਰਦਾਰ ਬਲਵਿੰਦਰ ਸਿੰਘ ਜੀ, 2100 ਰੁਪਇਆ ਮਾਇਆ ਗੁਰੂ ਘਰ ਵਾਸਤੇ ਉਹਨਾਂ ਨੇ ਅਰਪਣ ਕੀਤੀ। ਔਰ ਸੰਗਤਾਂ ਵੱਲੋਂ ਵੀ ਕਥਾ ਦੇ ਸਤਿਕਾਰ ਵਜੋਂ ਮਾਇਆ ਆਈ। ਸਰਦਾਰ ਬਲਵਿੰਦਰ ਸਿੰਘ ਵੱਲੋਂ ਵੀ 500 ਰੁਪਇਆ ਮਾਇਆ ਆਈ। ਹੋਰ ਸੰਗਤਾਂ ਵੱਲੋਂ ਵੀ 50-50 ਦਮਣੇ। ਗੁਰੂ ਜਾਣਦਾ ਸਾਰਿਆਂ ਦੇ ਨਾਂ। ਜਿਨ੍ਹਾਂ ਖਜ਼ਾਨੇ ਚਮਾਈ ਸੁੱਖ ਜਨੇ ਭਰਪੂਰ ਕਰਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ੀਆਂ।
ਆ ਜੋ ਇਤਿਹਾਸ ਹੈ, ਜੋ ਗ੍ਰੰਥਾਂ 'ਚ ਪੜ੍ਹਿਆ ਉਹ ਤੁਹਾਨੂੰ ਸੁਣਾਇਆ ਤੇ ਗੁਰਮਤਿ ਦੇ ਅਨੁਕੂਲ ਹੈ ਇਤਿਹਾਸ। ਤੇ ਅਰਦਾਸ ਦਾ ਵਿਖਿਆਨ, ਅਰਦਾਸ ਦੀ ਪਰਿਭਾਸ਼ਾ ਆਪ ਜੀ ਨੇ ਸਰਵਣ ਕੀਤੀ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਮਾਫੀ। ਆਓ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ।